ਉੱਥੇ ਕਿਸਾਨਾਂ ਦੀ ਤੁਸੀਂ ਇੰਟਰਵਿਊ ਨਹੀਂ ਲੱਤੀ, ਉੱਥੇ ਤੁਸੀਂ ਉਹਨਾਂ ਦੀ ਉਹ ਲੰਦੇ ਜਿਹੜੇ ਉਹ ਆ ਕੀ ਉਹ ਕਿਸਾਨ ਹੈ ਤੇ ਉੱਥੇ ਦਿਹਾੜੀ ਦੇ ਆ ਲਿਆ ਕੇ ਇਕੱਠੇ ਬਿਠਾਏ ਹੋਏ ਨੇ। ਜ਼ਿਮੀਦਾਰਾਂ ਨੂੰ 200 ਰੁਪਏ ਵਾਲੇ ਦਿਹਾੜੀਏ ਦੱਸਦਾ ਉਹ, ਅਸੀਂ ਗੋਹਾ ਚੱਕਣ ਵਾਸਤੇ 300 ਰੁਪਏ ਨੂੰ ਬੰਦੇ ਰੱਖੇ ਹੋਏ ਆ। ਤੁਹਾਡੇ ਘਰ ਸਰਪੰਚੀ ਵੀ ਹੈ, ਨੂੰ ਤੁਹਾਡੇ ਸਰਪੰਚ ਨੇ, ਬਹੁਤ ਸਾਰੇ ਲੋਕਾਂ ਨੇ ਇੱਥੇ ਆਵਾਜ਼ ਉਠਾਈ ਉਹਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਸੰਜੀਵ ਘਨੌਲੀ ਦਾ, ਤੁਸੀਂ ਕਿਵੇਂ ਵੇਖਦੇ ਹੋ? ਅਸੀਂ ਤਾਂ ਜੀ ਜਿਹੜੀ ਅੱਜ ਇੱਥੇ ਮੰਗ ਉੱਠੀ ਆ, ਅਸੀਂ ਤਾਂ ਉਹਦਾ ਪਹਿਲਾਂ ਹੀ ਸਮਾਜਿਕ ਬਾਈਕਾਟ ਕੀਤਾ ਹੋਇਆ ਜੀ। ਅੱਜ ਕਿਸਾਨਾਂ ਨੇ ਕੀਤਾ, ਸਾਰੇ ਇਲਾਕੇ ਨੇ ਕੀਤਾ, ਮੈਂ ਸਾਰੇ ਇਲਾਕੇ ਨੂੰ ਵਧਾਈ ਦਿੰਦਾ ਇਸ ਗੱਲ ਦੀ ਜੀ। ਅਸੀਂ ਤਾਂ ਜੀ ਦੇਖੋ ਜੀ, ਅਸੀਂ ਤਾਂ ਉਹਨੂੰ ਕਦੇ ਆਪਣੇ ਪਿੰਡ 'ਚ ਬੁਲਾਇਆ ਹੀ ਨਹੀਂ। ਅਸੀਂ ਉਹ ਤੋਂ ਕੀ ਕੇਕ ਕਟਾਉਣਾ ਆਪਣੇ ਪਿੰਡ 'ਚ ਬੁਲਾ ਕੇ। ਭਾਵੇਂ ਕਿਸਾਨਾਂ ਨੂੰ ਕਤੂਰੇ ਕਹਿਣ ਵਰਗੇ ਆਪਣੇ ਨੈਸ਼ਨਲ ਸਪੋਕਸਮੈਨ ਜਿਹੜੇ ਇਕਬਾਲ ਸਿੰਘ ਲਾਲਪੁਰੇ ਵਰਗੇ ਆ, ਉਹਨਾਂ ਨੂੰ ਭੌਂਕਣ ਲਾ ਦੇਵੇ। ਤਕਰੀਬਨ 70-72 ਤੇ ਉੱਪਰ ਟੱਪ ਗਿਆ, ਉਹਦੀ ਜਿਹੜੀ ਬੁੱਧੀ ਆ ਹਿੱਲ ਗਈ ਆ। ਔਰ ਜਿਹੜੇ ਉਹਨੇ ਪੁਰਾਣੇ ਪਾਪ ਕੀਤੇ ਹੋਏ ਆ, ਉਹ ਪਾਪਾਂ ਦਾ ਜਿਹੜਾ ਉਹਦਾ ਘੜਾ ਭਰ ਗਿਆ ਹੋਇਆ, ਆਪਣੇ ਆਪ ਉਹਦੀ ਜਿਹੜੀ ਮੱਤ ਮਾਰੀ ਗਈ ਆ। ਇਸ ਕਰਕੇ ਜਿਹੜਾ ਸਾਡੇ ਕਿਸਾਨਾਂ ਨੂੰ ਕਤੂਰੇ ਕਹਿੰਦਾ, ਇਹ ਆਪਣੇ ਆਪ ਨੂੰ ਸਮਝਦਾ, ਕਦੇ ਇਹ ਦੱਸਦਾ ਹੈ ਵੀ ਉੱਥੇ ਜੀ ਖੋਏ ਦੀਆਂ ਪੀਣੀਆਂ ਨੂੰ, ਮੈਂ ਕਹਿੰਦਾ ਵੀ ਅਸੀਂ ਖੋਏ ਦੀਆਂ ਪੀਣੀਆਂ ਇਹਨੂੰ ਇੱਥੇ ਬਣਾ ਕੇ ਦਿੰਦੇ, ਇੱਥੇ ਮੰਡੀ 'ਚ ਬੈਠੇ ਇਹ 1000 ਰੁਪਇਆ ਦਿਹਾੜੀ। ਮੈਂ ਸਾਰੀ ਸੰਗਤ ਦੇ ਵਿੱਚ ਕਹਿੰਦਾ ਮੈਂ 1000 ਰੁਪਇਆ ਦਿਹਾੜੀ ਨੂੰ ਕੈਸ਼ 10,000 ਰੁਪਇਆ ਦਿੰਦਾ ਐਡਵਾਂਸ। 10 ਦਿਨ ਇੱਥੇ ਬੈਠੇ ਇਹ ਖੋਏ ਦੀਆਂ ਪੀਣੀਆਂ ਵੀ ਖਿਲਾਊਂਗਾ, ਜੋ ਵੀ ਖਾਓ ਖਿਲਾਊਂਗਾ, ਬੈਠ ਕੇ ਦਿਖਾਵੇ ਸਾਨੂੰ ਸਾਡੇ ਕਿਸਾਨਾਂ ਭਰਾਵਾਂ ਨੂੰ। ਇਹ ਅਸੀਂ ਕਿਸਾਨ ਭਰਾਵਾਂ ਦੀ ਕਿਸੇ ਕਿਸਮ ਦੀ ਵੀ ਕੋਈ ਬੇਇੱਜ਼ਤੀ ਕਰੂੰਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਭਾਵੇਂ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਵੇ। ਇਹ ਆਪਣਾ ਅੱਜ SHO ਦਾ ਬਿਆਨ ਸੀ ਕਿ ਅਸੀਂ ਇਹਦੀ ਛਾਣਬੀਣ ਕਰ ਰਹੇ ਹਾਂ। ਉਹਨਾਂ ਨੂੰ ਅਸੀਂ 2 ਦਿਨ ਦਿੰਨੇ ਆ। ਜੇ ਉਹਨਾਂ ਨੇ 2 ਦਿਨ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਕੱਲ ਤੱਕ ਜਿਹੜੀ ਇਹਦੀ ਛਾਣਬੀਣ ਕਰਕੇ ਪਰਚਾ ਨਾ ਦਰਜ ਕੀਤਾ, ਪਰਸੋਂ ਨੂੰ ਜਿਹੜਾ ਸਾਡਾ ਟਰੈਕਟਰ ਮਾਰਚ ਆ, ਉਦੋਂ ਬਾਅਦ ਚਾਹੇ ਸਾਨੂੰ ਇਹਦੇ ਘਰ ਦਾ ਘਰਾਓ ਕਰਨਾ ਪਿਆ, ਚਾਹੇ ਪੁਲਿਸ ਸਟੇਸ਼ਨ ਦਾ ਘਰਾਓ ਕਰਨਾ ਪਿਆ, ਕਿਸੇ ਦਾ ਘਰਾਓ ਅਸੀਂ ਘਰਾਓ ਕਰਾਂਗੇ, ਪਰਚਾ ਦਰਜ ਕਰਾ ਕੇ ਹਟਾਂਗੇ। ਹਰ ਪਾਸੇ ਗੱਲ ਕਿਸਾਨੀ ਅੰਦੋਲਨ ਦੀ ਹੋ ਰਹੀ ਹੈ, ਗੱਲ ਕਿਸਾਨਾਂ ਦੀ ਹੋ ਰਹੀ ਹੈ। ਬਹੁਤ ਸਾਰੀਆਂ ਬਿਆਨਬਾਜ਼ੀਆਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹਰ ਕੋਈ ਇਸ ਦਾ ਸਮਰਥਨ ਕਰ ਰਿਹਾ, ਉੱਥੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਹੜੇ ਸਰਕਾਰ ਪੱਖੀ ਨੇ, ਸਰਕਾਰ ਦੇ ਵੱਲ ਖੜੇ ਨੇ। ਪਰ ਗੱਲ ਅਸੀਂ ਅੱਜ ਇੱਥੋਂ ਕਿਸਾਨੀ ਅੰਦੋਲਨ ਦੀ ਕਰਨੀ ਹੈ, ਕਿਉਂਕਿ ਇੱਥੇ ਅੰਦੋਲਨ ਦੇ ਲਈ 26 ਜਨਵਰੀ ਨੂੰ ਜੋ ਇਕੱਠ ਹੋਣ ਜਾ ਰਿਹਾ, ਉਸ ਦੀ ਹਮਾਇਤ ਦੇ ਵਿੱਚ ਪਿੰਡ ਘਨੌਲੀ ਵਿਖੇ ਘਨੌਲੀ ਵਾਸੀ ਅਤੇ ਹੋਰ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ, ਇਲਾਕਾ ਵਾਸੀ ਨੇ, ਉਹ ਇਕੱਤਰ ਹੋਏ ਨੇ। ਸੋ ਗੱਲਬਾਤ ਅਸੀਂ ਕਰਨੀ ਹੈ। ਗੁਰਿੰਦਰ ਸਿੰਘ ਗੋਗੀ ਜੀ, ਪ੍ਰਧਾਨ ਜੀ, ਅੱਜ ਦੇ ਪ੍ਰੋਗਰਾਮ ਬਾਰੇ ਪਹਿਲਾਂ ਤਾਂ ਜਾਣਕਾਰੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕਿਸਾਨ ਨੇਤਾਵਾਂ ਵੱਲੋਂ 26 ਤਰੀਕ ਨੂੰ ਦਿੱਲੀ ਪਹੁੰਚਣ ਦੀ ਕਾਲ ਦਿੱਤੀ ਗਈ ਆ, ਉਹਦੇ ਸਬੰਧ 'ਚ ਅੱਜ ਘਨੌਲੀ ਇਲਾਕੇ ਦਾ ਇਕੱਠ ਕੀਤਾ ਸੀ। ਸਾਰੇ ਕਿਸਾਨਾਂ ਦਾ ਸਲਾਹ ਮਸ਼ਵਰਾ ਕਰਕੇ ਫੈਸਲਾ ਇਹ ਕੀਤਾ ਗਿਆ ਕਿ ਇੱਕ ਤਾਂ ਅਸੀਂ ਜਿਹੜਾ ਹੈਗਾ 18 ਤਰੀਕ ਨੂੰ 11 ਵਜੇ ਇੱਥੋਂ ਇਸ ਘਨੌਲੀ ਮੰਡੀ 'ਚੋਂ ਸ਼ੁਰੂ ਕਰਕੇ ਬਾਇਆ ਘਨੌਲੀ ਥਰਮਲ ਪਲਾਂਟ, ਨੋਹੋਂ, ਲੋਹਗੜ੍ਹ, ਫਿੱਡੇ, ਲੌਦੀ ਮਾਜਰਾ, ਆਲਮਪੁਰ, ਕਟਲੀ, ਰੋਪੜ ਸ਼ਹਿਰ, ਉਦੋਂ ਵਾਪਸ ਖਵਾਸਪੁਰਾ, ਮਲਕਪੁਰ, ਅਲੀਪੁਰ, ਇਹ ਸਾਰੇ ਪਿੰਡਾਂ ਦੀ ਟਰੈਕਟਰ ਮਾਰਚ ਜਿਹੜਾ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕੱਢਣਾ। ਅਤੇ ਉਸ ਤੋਂ ਬਾਅਦ 24 ਤਰੀਕ ਨੂੰ ਅਸੀਂ ਇਸੇ ਕਿਸਾਨ ਮੰਡੀ ਦੇ ਵਿੱਚੋਂ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਦਿੱਲੀ ਪਹੁੰਚਣਾ। ਇਹ ਪ੍ਰੋਗਰਾਮ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ, ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈਗਾ। ਜੋ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦਿੱਤੀ ਗਈ ਆ, ਉਹਦੇ ਸੰਬੰਧ ਵਿੱਚ ਸਾਰਾ ਕਿਉਂਕਿ ਇਹ ਜਿਹੜੇ ਬਿੱਲ ਆ, ਇਹ ਕਿਸਾਨ ਵਿਰੋਧੀ ਬਿੱਲ ਆ, ਔਰ ਇਹ ਪੂਰੇ ਹਿੰਦੁਸਤਾਨ ਵਾਸੀਆਂ ਵਿਰੋਧੀ ਬਿੱਲ ਆ। ਕਿਉਂਕਿ ਜਿੱਥੇ ਕਿਸਾਨ ਨੇ ਮਰਨਾ, ਉੱਥੇ ਮਜ਼ਦੂਰ ਨੇ ਵੀ ਮਰਨਾ, ਉੱਥੇ ਟਰਾਂਸਪੋਰਟਰ ਨੇ ਵੀ ਮਰਨਾ, ਉੱਥੇ ਵਪਾਰੀ ਨੇ ਵੀ ਮਰਨਾ, ਉੱਥੇ ਆਮ ਇਨਸਾਨ ਜਿਹਨੂੰ ਚੀਜ਼ਾਂ ਮਹਿੰਗੀਆਂ ਮਿਲਣੀਆਂ, ਉਹਨਾਂ ਦਾ ਵੀ ਨੁਕਸਾਨ ਹੋਣਾ। ਇਸ ਲਈ ਸਾਰੇ ਅਸੀਂ ਲਾਮਬੰਦ ਹੋ ਕੇ ਜਿਹੜਾ ਹੈਗਾ 18 ਤਰੀਕ ਨੂੰ 11 ਵਜੇ ਇੱਥੋਂ ਟਰੈਕਟਰ ਮਾਰਚ ਆਰੰਭ ਕਰਾਂਗੇ ਅਤੇ 24 ਤਰੀਕ ਨੂੰ ਘਨੌਲੀ ਤੋਂ ਜਿਹੜੇ ਸਾਰੇ ਕਿਸਾਨ ਆ, ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਕਿਸਾਨ ਆ, ਟਰੈਕਟਰ ਟਰਾਲੀਆਂ ਰਾਹੀਂ ਦਿੱਲੀ ਜਾਣਗੇ ਜੀ। ਤੇ ਬਹੁਤ ਸਾਰੇ ਹੁਣ ਜੇ ਗੱਲਾਂ ਕਰੀਏ ਆਪਾਂ, ਕਿਸਾਨੀ ਅੰਦੋਲਨ ਦੀ ਗੱਲ ਹੋ ਰਹੀ ਹੈ, ਤਾਂ ਬਹੁਤ ਸਾਰੇ ਲੋਕਾਂ ਨੂੰ NIA ਇਹਦੇ ਵੱਲੋਂ ਅਜਿਹੇ ਦੇ ਵਿੱਚ ਨੋਟਿਸ ਕੱਢ ਦਿੱਤੇ ਗਏ ਨੇ। ਉਹਦੇ ਵਿੱਚ ਪੱਤਰਕਾਰ ਵੀ ਸ਼ਾਮਿਲ ਨੇ, ਟਰਾਂਸਪੋਰਟਰ ਵੀ ਸ਼ਾਮਿਲ ਨੇ, ਜਿਹੜੇ ਕਿਸਾਨੀ ਮੋਰਚੇ ਦੀ ਹਮਾਇਤ ਵੀ ਕਰਦੇ ਨੇ। ਤੇ ਯੂਆਪਾ ਦੀਆਂ ਗੱਲਾਂ ਵੀ ਵਿੱਚ ਜਿਹੜੀਆਂ ਹੈਗੀਆਂ ਮੈਂਸ਼ਨ ਕੀਤਾ ਗਿਆ ਹੈ, ਬਹੁਤ ਸਾਰੀਆਂ ਹੋਰ ਧਾਰਾਵਾਂ ਵੀ ਨੇ, ਤਾਂ ਉਹਨੂੰ ਕਿਵੇਂ ਵੇਖਦੇ ਹੋ ਤੁਸੀਂ? ਮੈਂ ਕਿਹਾ ਜੀ, ਸਰਕਾਰ ਆਪਣੇ ਕੋਝੇ ਹੱਥ ਕੰਡੇ ਵਰਤ ਰਹੀ ਆ। ਭਾਵੇਂ ਉਹ ਪੱਤਰਕਾਰਾਂ ਨੂੰ ਨੋਟਿਸ ਭੇਜ ਲਵੇ, ਭਾਵੇਂ ਕਿਸੇ ਕਲਾਕਾਰਾਂ ਨੂੰ ਨੋਟਿਸ ਭੇਜ ਲਵੇ, ਭਾਵੇਂ ਟਰਾਂਸਪੋਰਟਰ ਨੋਟਿਸ ਭੇਜ ਲਵੇ, ਭਾਵੇਂ ਆੜ੍ਹਤੀਆਂ ਨੋਟਿਸ ਭੇਜ ਲਵੇ, ਭਾਵੇਂ ਹੋਰ ਅਖੌਤੀ ਲੀਡਰ ਖੜੇ ਕਰਕੇ ਗਲਤ ਵੀਡੀਓ ਪਵਾ ਲਵੇ,
ਭਾਵੇਂ ਕਿਸਾਨਾਂ ਨੂੰ ਕਤੂਰੇ ਕਹਿਣ ਵਰਗੇ ਆਪਣੇ ਨੈਸ਼ਨਲ ਸਪੋਕਸਮੈਨ ਜਿਹੜੇ ਇਕਬਾਲ ਸਿੰਘ ਲਾਲਪੁਰੇ ਵਰਗੇ ਆ ਉਹਨਾਂ ਨੂੰ ਭੌਂਕਣ ਲਾ ਦੇਵੇ, ਭਾਵੇਂ ਜਿਹੜੇ ਸੰਜੀਵ ਘਨੌਲੀ ਵਰਗੇ ਜਿਹੜੇ ਹੈਗੇ ਅਖੌਤੀ ਸ਼ਿਵ ਸੈਨਿਕ ਆ ਜਿਨ੍ਹਾਂ ਨੂੰ ਅੱਜ ਅਸੀਂ ਪੜ੍ਹਦੇ ਸੀ ਕਿ ਜਿਹੜੀ ਇਹਨਾਂ ਦੀ ਹਿੰਦੁਸਤਾਨ ਸ਼ਿਵ ਸੈਨਾ ਬਾਲ ਠਾਕਰੇ ਆ ਉਹਦੇ ਪ੍ਰਧਾਨ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਸਾਡੀ ਪੰਜਾਬ ਸ਼ਿਵ ਸੈਨਾ ਦੀ ਜਥੇਬੰਦੀ ਦਾ ਕੋਈ ਪ੍ਰਧਾਨ ਨਹੀਂ ਹੈਗਾ। ਇਹੋ ਜਿਹੇ ਲੋਕਾਂ ਵੱਲੋਂ ਜਿਹੜੀਆਂ ਵੀਡੀਓ ਪਾ ਕੇ ਜਿਹੜਾ ਲੋਕਾਂ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਿਸੇ ਕਿਸਾਨ ਨੇ ਡਰਨਾ ਨਹੀਂ, ਕਿਸੇ ਇਨਸਾਨ ਨੇ ਡਰਨਾ ਨਹੀਂ। ਸਾਰੇ ਇਨਸਾਨ ਸਗੋਂ ਜਿੰਨੇ ਕੋਝੇ ਹੱਥਕੰਡੇ ਵਰਤਦੇ ਆ ਉਹਨੇ ਅਸੀਂ ਹੋਰ ਮਜ਼ਬੂਤ ਹੁੰਨੇ ਆ, ਕਿਉਂਕਿ ਸਾਡੇ ਜਿਹੜੇ ਕਿਸਾਨ ਲੀਡਰ ਆ ਉਹਨਾਂ ਦੀ ਵੀ ਹਦਾਇਤ ਆ। ਪੰਜਾਬੀਆਂ 'ਚ ਵੀ ਜੋਸ਼ ਆ ਵੀ ਅਸੀਂ ਸੰਘਰਸ਼ ਜਿੱਤਣਾ, ਪਰ ਅਸੀਂ ਹੋਸ਼ ਨਾਲ ਜਿੱਤਣਾ। ਸਾਰੇ ਹੋਸ਼ ਨਾਲ ਚੱਲਦੇ ਆ। ਕੋਈ ਮਰਜ਼ੀ ਸਰਕਾਰ ਕੋਝੇ ਹੱਥਕੰਡੇ ਵਰਤ ਲਵੇ, ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਉਸ ਸਿੰਘੂ ਬਾਰਡਰ ਤੋਂ ਜਿਹੜੇ ਦਿੱਲੀ ਦੇ ਜਿੰਨੇ ਵੀ ਬਾਰਡਰ ਆ ਉੱਥੋਂ ਕਿਸੇ ਕਿਸਾਨ ਨੇ ਵਾਪਸ ਨਹੀਂ ਆਉਣਾ ਅਤੇ ਪੰਜਾਬ ਦੇ ਲੋਕਾਂ ਨੇ ਪਿੱਛੇ ਨਹੀਂ ਹਟਣਾ। ਇਸ ਲਈ ਮੈਂ ਸੈਂਟਰ ਸਰਕਾਰ ਨੂੰ ਇਹ ਚੇਤਾਵਨੀ ਸਮਝ ਲਵੇ, ਚਾਹੇ ਸਾਡੀ ਅਪੀਲ ਸਮਝ ਲਵੇ ਬਈ ਜਿੰਨੇ ਜਲਦੀ ਬਿੱਲ ਵਾਪਸ ਲੈ ਲੈਣਗੇ ਉਹਨਾਂ ਦਾ ਭਲਾ ਏ, ਉਹਨਾਂ ਜਿਹੜਾ ਹੈਗਾ ਦੇਸ਼ ਦੀ ਸ਼ਾਂਤੀ ਜਿਹੜੀ ਬਣੀ ਰਹੂਗੀ। ਕਿਉਂਕਿ ਅੱਜ ਇਹ ਲੋਕ ਕਦੇ ਸਾਨੂੰ ਅੱਤਵਾਦੀ ਦੱਸਦੇ ਆ, ਕਦੇ ਵੱਖਵਾਦੀ ਦੱਸਦੇ ਆ, ਕਦੇ ਖਾਲਿਸਤਾਨੀ ਦੱਸਦੇ ਆ, ਕਦੇ ਮਾਓਵਾਦੀ ਦੱਸਦੇ ਆ, ਪਰ ਇਹ ਉਦੋਂ ਭੁੱਲ ਜਾਂਦੇ ਆ ਕਿ ਜਿਹੜੇ ਦਿੱਲੀ ਬਾਰਡਰ ਦੇ ਕਿਸਾਨ ਬੈਠੇ ਜੇ ਉਹ ਅੱਤਵਾਦੀ ਆ, ਜੇ ਉਹ ਖਾਲਿਸਤਾਨੀ ਆ, ਜਿਹੜਾ ਉਹਦਾ ਬੇਟਾ ਚਾਈਨਾ ਬਾਰਡਰ ਤੇ ਲੱਗਿਆ ਹੋਇਆ, ਜਿਹੜਾ ਉਹਦਾ ਬੇਟਾ ਕਸ਼ਮੀਰ ਬਾਰਡਰ ਤੇ ਲੱਗਿਆ ਹੋਇਆ, ਜਿਹੜਾ ਉਹਦਾ ਬੇਟਾ ਪਾਕਿਸਤਾਨ ਬਾਰਡਰ ਤੇ ਬੰਦੂਕਾਂ ਫੜ ਕੇ ਇੰਨੀ ਠੰਡ ਦੇ ਵਿੱਚ ਲੱਗਿਆ ਹੋਇਆ, ਜੇ ਫਿਰ ਦਿੱਲੀ ਬੈਠਾ ਕਿਸਾਨ ਦਾ ਉਹ ਅੱਤਵਾਦੀ ਆ ਤਾਂ ਉਹਦਾ ਬੇਟਾ ਵੀ ਅੱਤਵਾਦੀ ਆ, ਫਿਰ ਤਾਂ ਉਹਨਾਂ ਤੇ ਵੀ ਖਤਰਾ ਹੋਣਾ ਚਾਹੀਦਾ। ਮੈਂ ਤਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕੇਂਦਰ ਸਰਕਾਰ ਜਲਦੀ ਮਸਲਾ ਹੱਲ ਕਰ ਦੇਵੇ। ਜੇ ਉਹਨਾਂ ਨੂੰ ਇਹ ਲੱਗਦਾ ਵੀ ਵਾਕਈ ਅੱਤਵਾਦੀ ਆ ਤੇ ਜਿੰਨੇ ਸਾਡੇ ਸਿੱਖ ਜਿਹੜੇ ਪੰਜਾਬੀ ਜਿਹੜੇ ਹੈਗੇ ਆ ਦਿੱਲੀ ਬਾਰਡਰਾਂ ਤੇ ਉੱਤੇ ਲੱਗੇ ਹੋਏ ਆ, ਜਿਹੜੇ ਫੌਜ ਦੇ ਵਿੱਚ ਹੈਗੇ ਆ, ਉਹਨਾਂ ਨੂੰ ਵਾਪਸ ਭੇਜ ਦੇਵੇ। ਤਕਰੀਬਨ 70-72 ਤੇ ਉੱਪਰ ਟੱਪ ਗਿਆ, ਉਹਦੀ ਜਿਹੜੀ ਬੁੱਧੀ ਆ ਹਿੱਲ ਗਈ ਆ। ਔਰ ਜਿਹੜੇ ਉਹਨੇ ਪੁਰਾਣੇ ਪਾਪ ਕੀਤੇ ਹੋਏ ਆ ਉਹ ਪਾਪਾਂ ਦਾ ਜਿਹੜਾ ਉਹਦਾ ਘੜਾ ਭਰ ਗਿਆ ਹੋਇਆ, ਆਪਣੇ ਆਪ ਉਹਦੀ ਜਿਹੜੀ ਮੱਤ ਮਾਰੀ ਗਈ ਆ। ਇਸ ਕਰਕੇ ਜਿਹੜਾ ਸਾਡੇ ਕਿਸਾਨਾਂ ਨੂੰ ਕਤੂਰੇ ਕਹਿੰਦਾ, ਅੱਜ ਤੁਸੀਂ ਦੇਖਦੇ ਆ ਕਿ ਜਿੰਨੇ ਕਿਸਾਨ ਬੈਠੇ ਆ ਇਹ ਕਤੂਰੇ ਆ। ਹਾਂ ਅਸੀਂ ਕਤੂਰੇ, ਹਾਂ ਅਸੀਂ ਕੇਵਲ ਗੁਰੂ ਦੇ ਕਤੂਰੇ ਆ, ਅਸੀਂ ਗੁਰੂ ਘਰ ਦੇ ਕੂਕਰ ਆ। ਸਾਡਾ ਕੰਮ ਆ ਗੁਰੂ ਮਰਿਆਦਾ ਦੇ ਉੱਤੇ, ਸਾਡਾ ਕੰਮ ਆ ਪੰਥਕ ਮਰਿਆਦਾ ਤੇ ਭੌਂਕਣਾ। ਅਸੀਂ ਭੌਂਕ ਰਹੇ ਆ, ਸਾਨੂੰ ਇਹਨਾਂ ਦੇ ਕਤੂਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਜੋ ਆਪਣਾ ਫਰਜ਼ ਆ ਨਿਭਾਉਂਦੇ ਰਹਾਂਗੇ ਜੀ। ਤੇ ਨਾਲ ਤੁਸੀਂ ਗੱਲ ਸੰਜੀਵ ਘਨੌਲੀ ਦੀ ਵੀ ਕੀਤੀ ਸੀ, ਤੁਸੀਂ ਇੱਥੋਂ ਦੇ ਮੌਤਬਰ ਹੋ, ਤੁਸੀਂ ਤੁਹਾਡੇ ਘਰ ਸਰਪੰਚੀ ਵੀ ਹੈ, ਨੂੰ ਤੁਹਾਡੇ ਸਰਪੰਚ ਨੇ। ਬਹੁਤ ਸਾਰੇ ਲੋਕਾਂ ਨੇ ਇੱਥੇ ਆਵਾਜ਼ ਉਠਾਈ ਉਹਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਸੰਜੀਵ ਘਨੌਲੀ ਦਾ, ਤੁਸੀਂ ਕਿਵੇਂ ਵੇਖਦੇ ਹੋ? ਅਸੀਂ ਤਾਂ ਜੀ ਜਿਹੜੀ ਅੱਜ ਇੱਥੇ ਮੰਗ ਉੱਠੀ ਆ, ਅਸੀਂ ਤਾਂ ਉਹਦਾ ਪਹਿਲਾਂ ਹੀ ਸਮਾਜਿਕ ਬਾਈਕਾਟ ਕੀਤਾ ਹੋਇਆ ਜੀ। ਮੇਰਾ ਖਿਆਲ ਹੈ ਕਿ ਮੈਂ ਜ਼ਿੰਦਗੀ 'ਚ ਉਹਦੀ ਦੁਕਾਨ ਤੇ ਕਦੇ ਦਵਾਈ ਲੈਣ ਨਹੀਂ ਗਿਆ ਜੀ, ਸਾਡਾ ਕੋਈ ਪੰਚਾਇਤ ਮੈਂਬਰ ਨਹੀਂ ਕਦੇ ਉਹਦੀ ਦੁਕਾਨ ਤੇ ਗਿਆ ਜੀ, ਸਾਡੇ ਪਿੰਡ ਦਾ ਕਦੇ ਕੋਈ ਵਾਸੀ ਨਹੀਂ ਗਿਆ ਜੀ, ਕਿਸੇ ਅਸੀਂ ਸਮਾਗਮ 'ਚ ਉਹਨੂੰ ਬੁਲਾਉਂਦੇ ਨਹੀਂ। ਅਸੀਂ ਤਾਂ ਪਿੰਡ ਵੱਲ ਤੇ ਤਾਂ ਉਹਦਾ ਬਾਈਕਾਟ ਜਿਹੜਾ ਹੈਗਾ ਪਹਿਲਾਂ ਹੀ ਕੀਤਾ ਹੋਇਆ। ਜਿਹੜੇ ਉਹਦੇ ਕੁਝ ਚੰਦ ਚਮਚੇ ਆ ਉਹਨਾਂ ਦੇ ਨਾਲੇ ਉਹਦਾ ਜਿਹੜਾ ਹੈਗਾ ਭਾਈਚਾਰਾ, ਸਾਡੇ ਕਿਸੇ ਜਿਹੜੇ ਪਿੰਡ ਦੇ ਲੋਕ ਜਿਹੜੇ ਹੈਗੇ ਆ ਭਾਈਚਾਰਕ ਸਾਂਝ ਵਾਲੇ ਹੈਗੇ ਆ, ਉਹਨਾਂ ਦੀ ਕਿਸੇ ਨਾਲ ਉਹਦੀ ਕੋਈ ਹਮਦਰਦੀ ਨਹੀਂ, ਕਿਸੇ ਨਾਲ ਉਹਦਾ ਭਾਈਚਾਰਕ ਸਾਂਝ ਨਹੀਂ ਹੈਗੀ। ਬਾਈਕਾਟ ਤਾਂ ਅਸੀਂ ਪਹਿਲਾਂ ਹੀ ਕੀਤਾ ਹੋਇਆ ਜੀ ਉਹਦਾ। ਅੱਜ ਕਿਸਾਨਾਂ ਨੇ ਕੀਤਾ, ਸਾਰੇ ਇਲਾਕੇ ਨੇ ਕੀਤਾ, ਮੈਂ ਸਾਰੇ ਇਲਾਕੇ ਨੂੰ ਵਧਾਈ ਦਿੰਦਾ ਇਸ ਗੱਲ ਦੀ ਜੀ। ਤੁਸੀਂ ਅੱਜ ਇੱਥੇ ਆ ਗਏ ਹੋ, ਇੱਥੇ CID ਵੀ ਲੱਗੀ ਹੋਈ ਆ, ਪੁਲਿਸ ਵੀ ਲੱਗੀ ਹੋਈ ਹੈ। ਜੇਕਰ ਤੁਸੀਂ ਕੋਈ ਇੱਥੋਂ ਅਸੀਂ ਜਾਂ ਕੋਈ ਬਿਆਨ ਦਿੰਦਾ ਹੈ ਸਰਕਾਰ ਦੇ ਪੱਖ ਦੇ ਵਿੱਚ, ਉਹ ਤੇ ਦੇਸ਼ ਧਰੋਹ ਦਾ ਪਰਚਾ UAP ਲੱਗ ਜਾਂਦੇ, ਇਹ ਲੋਕ ਬੋਲਦੇ ਨੇ, ਫਿਰ ਇਹਨਾਂ ਨੂੰ ਸਿਕਿਉਰਟੀਆਂ ਮਿਲਦੀਆਂ ਜੀ। ਇਹੀ ਤਾਂ ਜੀ ਜਿਹੜੀ ਹੈਗੀ ਆ ਸਰਕਾਰ ਦੀ ਰਾਜਨੀਤੀ ਆ ਜੀ। ਇਹ ਸਰਕਾਰ ਦੇ ਜਿਹੜੇ ਹੈਗੇ ਪੇਡ ਵਰਕਰ ਆ, ਇਹ ਸਰਕਾਰ ਇਹਨਾਂ ਨੂੰ ਤਨਖਾਹਾਂ ਦਿੰਦੀ ਆ ਤਾਂ ਕਿ ਜਦੋਂ ਕੋਈ ਵੀ ਲੋਕ ਮਸਲਾ ਹੁੰਦਾ, ਐਸੇ ਬੰਦੇ ਸਰਕਾਰਾਂ ਨੇ ਰੱਖੇ ਹੁੰਦੇ ਆ ਜਿਹੜੇ ਆਪਣੇ ਪੁੱਠੇ ਸਿੱਧੇ ਬਿਆਨ ਦੇ ਕੇ ਕਿਸੇ ਵੀ ਲੋਕ ਮਸਲੇ ਨੂੰ ਭੜਕਾਉਣ ਦੇ ਲਈ ਆਪਣਾ ਸਹਾਈ ਹੁੰਦੇ ਆ। ਇਹਨਾਂ ਨੂੰ ਤਨਖਾਹਾਂ ਮਿਲਦੀਆਂ, ਇਹਨਾਂ ਨੂੰ ਇੰਨੇ ਗਨਮੈਨ ਮਿਲਦੇ ਆ। ਕਿਹੜੀ ਇਹਨਾਂ ਨੇ ਕੁਰਬਾਨੀ ਕੀਤੀ ਹੋਈ ਆ, ਕਿਹੜਾ ਇਹਨਾਂ ਦਾ ਯੋਗਦਾਨ ਆ ਸਮਾਜ ਦੇ ਲਈ, ਕਿਹੜਾ ਇਹ ਚੀਨ ਦੇ ਬਾਰਡਰਾਂ ਤੇ ਲੜ ਕੇ ਆਏ ਆ, ਕਿਹੜਾ ਇਹ ਕਿਸੇ ਖਿਲਾਫ ਲੜੇ ਆ ਜਿਹੜਾ ਇਹਨਾਂ ਨੂੰ ਇੰਨੇ ਗਨਮੈਨ ਮਿਲੇ। ਤੁਹਾਨੂੰ ਨਹੀਂ ਗਨਮੈਨ ਮਿਲੇ, ਤੁਸੀਂ ਰੋਜ਼ ਲੋਕਾਂ ਦੀ ਆਵਾਜ਼ ਉਠਾਉਂਦੇ ਆ, ਪੱਤਰਕਾਰ ਰੋਜ਼ ਲੋਕਾਂ ਦੀ ਆਵਾਜ਼ ਉਠਾਉਂਦੇ ਆ। ਕਿੰਨੇ ਸਾਡੇ ਜਿਹੜੇ ਹੋਰ ਲੋਕ ਆ, ਜਿਹੜੇ ਸਮਾਜ ਸੇਵਕ ਆ, ਉਹ ਲੋਕਾਂ ਲਈ ਸੰਘਰਸ਼ ਕਰਦੇ ਆ, ਉਹਨਾਂ ਲਈ ਗਨਮੈਨ ਕਿਉਂ ਨਹੀਂ? ਇਹ ਸਰਕਾਰ ਦੀ ਜਿਹੜੀ ਪੰਜਾਬ ਸਰਕਾਰ ਦੀ ਵੀ ਜਿਹੜੀ ਹੈਗੀ ਹੈ ਚ ਮਾੜੀ ਰਾਜਨੀਤੀ ਆ, ਕੇਂਦਰ ਸਰਕਾਰ ਦੀ ਮਾੜੀ ਰਾਜਨੀਤੀ ਆ, ਜਿਨ੍ਹਾਂ ਨੇ ਇਹਨਾਂ ਨੂੰ ਗਨਮੈਨ ਦੇ ਕੇ ਭੌਂਕਣ ਲਈ ਲਾਇਆ ਹੋਇਆ। ਇਹਨਾਂ ਨੂੰ ਜਿਹੜੇ ਅਜਿਹੇ ਭੜਕਾਊ ਬਿਆਨ ਦਿੰਦੇ ਉਹਦੇ ਲਈ ਕਾਨੂੰਨੀ ਪ੍ਰਕਿਰਿਆ ਵੀ ਹੈਗੀ, ਕੀ ਕਾਨੂੰਨ ਦੇ ਵਿੱਚ ਜਾਣਗੇ ਘਨੌਲੀ ਵਾਸੀ ਜੀ? ਮੈਂ ਕਿਹਾ ਜੀ ਕੱਲ ਕਿਸਾਨ ਜਥੇਬੰਦੀਆਂ ਵੱਲੋਂ ਆਨੰਦਪੁਰ ਸਾਹਿਬ ਦੀਆਂ ਵੱਲੋਂ ਤੁਸੀਂ ਅੱਜ ਸਾਰਿਆਂ ਨੇ ਅਖਬਾਰਾਂ 'ਚ ਪੜ੍ਹਿਆ ਕਿ SHO ਸਦਰ ਰੋਪੜ ਨੂੰ, DC ਸਾਹਿਬ ਰੋਪੜ ਨੂੰ, SSP ਸਾਹਿਬ ਰੋਪੜ ਨੂੰ ਇੱਕ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਨ ਲਈ ਦਿੱਤਾ। ਅਸੀਂ ਉਹਦੀ ਸਮਰਥਨ ਕਰਦੇ ਹਾਂ।
ਔਰ ਅਸੀਂ ਇਹ ਦੇਖ ਰਹੇ ਹਾਂ ਪੰਚਾਇਤ ਵੱਲੋਂ ਵੀ ਕੁਝ ਕਰੋਗੇ ਜੀ? ਜੇ ਸਰਕਾਰ ਨੇ 1 ਜਾਂ 2 ਦਿਨ ਦੇ ਵਿੱਚ ਇਹ ਆਪਣਾ ਅੱਜ ਐਸਐਚਓ ਦਾ ਬਿਆਨ ਸੀ ਕਿ ਅਸੀਂ ਇਹਦੀ ਛਾਣਬੀਣ ਕਰ ਰਹੇ ਹਾਂ, ਉਹਨਾਂ ਨੂੰ ਅਸੀਂ 2 ਦਿਨ ਦਿੰਨੇ ਆ। ਜੇ ਉਹਨਾਂ ਨੇ 2 ਦਿਨ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਕੱਲ ਤੱਕ ਜਿਹੜੀ ਇਹਦੀ ਛਾਣਬੀਣ ਕਰਕੇ ਪਰਚਾ ਨਾ ਦਰਜ ਕੀਤਾ, ਪਰਸੋਂ ਨੂੰ ਜਿਹੜਾ ਸਾਡਾ ਟਰੈਕਟਰ ਮਾਰਚ ਆ ਉਦੋਂ ਬਾਅਦ ਚਾਹੇ ਸਾਨੂੰ ਇਹਦੇ ਘਰ ਦਾ ਘਰਾਓ ਕਰਨਾ ਪਿਆ, ਚਾਹੇ ਪੁਲਿਸ ਸਟੇਸ਼ਨ ਦਾ ਘਰਾਓ ਕਰਨਾ ਪਿਆ, ਕਿਸੇ ਦਾ ਘਰਾਓ ਅਸੀਂ ਘਰਾਓ ਕਰਾਂਗੇ, ਪਰਚਾ ਦਰਜ ਕਰਾ ਕੇ ਹਟਾਂਗੇ ਜੀ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ ਤੁਹਾਡਾ? ਰਵਿੰਦਰ ਸਿੰਘ। ਤੁਸੀਂ ਕਿਵੇਂ ਵੇਖਦੇ ਹੋ ਲਗਾਤਾਰ ਪਿੰਡ ਘਨੌਲੀ ਆਪਣੇ ਇਲਾਕੇ ਦਾ ਬੰਦਾ ਹੈਗਾ ਸੰਜੀਵ ਘਨੌਲੀ, ਅਜਿਹੇ ਬਿਆਨ ਆ ਰਹੇ ਨੇ ਉਹਦੇ ਤੇ ਹੁਣ ਸਮਾਜਿਕ ਬਾਈਕਾਟ ਦੀਆਂ ਗੱਲਾਂ ਵੀ ਹੋ ਰਹੀਆਂ? ਅਸੀਂ ਤਾਂ ਜੀ ਦੇਖੋ ਜੀ, ਅਸੀਂ ਤਾਂ ਉਹਨੂੰ ਕਦੇ ਆਪਣੇ ਪਿੰਡ 'ਚ ਬੁਲਾਇਆ ਹੀ ਨਹੀਂ ਹੈ। ਅਸੀਂ ਉਹ ਤੋਂ ਕੀ ਕੇਕ ਕਟਾਉਣਾ ਆਪਣੇ ਪਿੰਡ 'ਚ ਬੁਲਾ ਕੇ? ਕਦੇ ਸਾਡੇ ਪਿੰਡ ਦਾ ਮੈਂ ਕਿਹਾ ਉਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਸਾਡੇ ਪਿੰਡ ਦਾ ਰਸਤਾ ਕਿੱਧਰ ਨੂੰ ਆ। ਸਾਡੇ ਦਾ ਬਾਈਕਾਟ ਵਾਲਾ ਮਤਲਬ ਹੀ ਨਹੀਂ ਹੈਗਾ, ਨਾ ਅਸੀਂ ਉਹਨੂੰ ਬੁਲਾਉਂਦੇ ਆ, ਨਾ ਅਸੀਂ ਉਹਨੂੰ ਬੰਦਾ ਸਮਝਦੇ ਆ। ਸਿਰਫ ਸਿਕਿਉਰਿਟੀ ਲੈਣ ਵਾਸਤੇ ਇਹੋ ਜਿਹੀਆਂ ਗੱਲਾਂ ਕਰਦਾ ਉਹ। ਜ਼ਿਮੀਂਦਾਰਾਂ ਨੂੰ 200-200 ਰੁਪਏ ਵਾਲੇ ਦਿਹਾੜੀਏ ਦੱਸਦਾ ਉਹ। ਅਸੀਂ ਗੋਹਾ ਚੱਕਣ ਵਾਸਤੇ 300-300 ਰੁਪਏ ਨੂੰ ਬੰਦੇ ਰੱਖੇ ਹੋਏ ਆ। ਇਹ 200 ਰੁਪਏ ਤਾਂ ਸਾਨੂੰ ਦਿਹਾੜੀਏ ਦੱਸਦਾ, ਅਸੀਂ ਇਹਨਾਂ ਤੋਂ ਕੀ ਲੈ ਕੇ ਖਾਣਾ ਹੈ ਜੀ? ਇਹ ਆਪਣੇ ਆਪ ਨੂੰ ਸਮਝਦਾ, ਕਦੇ ਇਹ ਦੱਸਦਾ ਹੈ ਵੀ ਉੱਥੇ ਜੀ ਖੋਏ ਦੀਆਂ ਪੀਣੀਆਂ ਨੂੰ ਮੈਂ ਕਹਿੰਦਾ ਵੀ ਅਸੀਂ ਖੋਏ ਦੀਆਂ ਪੀਣੀਆਂ ਇਹਨੂੰ ਇੱਥੇ ਬਣਾ ਕੇ ਦਿੰਦੇ, ਇੱਥੇ ਮੰਡੀ 'ਚ ਬੈਠੇ ਇਹ 1000 ਰੁਪਇਆ ਦਿਹਾੜੀ। ਮੈਂ ਸਾਰੀ ਸੰਗਤ ਦੇ ਵਿੱਚ ਕਹਿੰਦਾ ਮੈਂ 1000 ਰੁਪਇਆ ਦਿਹਾੜੀ ਨੂੰ ਕੈਸ਼ 10,000 ਰੁਪਇਆ ਦਿੰਦਾ ਐਡਵਾਂਸ। 10 ਦਿਨ ਇੱਥੇ ਬੈਠੇ ਇਹ ਖੋਏ ਦੀਆਂ ਪਿੰਡੀਆਂ ਵੀ ਖਿਲਾਊਂਗਾ, ਜੋ ਖਾਓ ਖਿਲਾਊਂਗਾ, ਬੈਠ ਕੇ ਦਿਖਾਵੇ ਸਾਨੂੰ ਸਾਡੇ ਕਿਸਾਨਾਂ ਭਰਾਵਾਂ ਨੂੰ। ਇਹ ਅਸੀਂ ਕਿਸਾਨ ਭਰਾਵਾਂ ਦੀ ਕਿਸੇ ਕਿਸਮ ਦੀ ਵੀ ਕੋਈ ਬੇਇੱਜ਼ਤੀ ਕਰੂੰਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਭਾਵੇਂ ਸਾਨੂੰ ਕਿਸੇ ਹੱਦ ਤੱਕ ਵੀ ਜਾਣਾ ਪਏ। ਇਕਬਾਲ ਸਿੰਘ ਲਾਲਪੁਰਾ ਆਪਣੇ ਇਲਾਕੇ ਦੇ ਹੀ ਨੇ ਤੇ ਉਹ ਵੀ ਲਗਾਤਾਰ ਇਹੀ ਕਹਿ ਰਹੇ ਨੇ ਕਿ ਚੰਗੇ ਨੇ ਕਾਨੂੰਨ, ਹਾਲੇ ਵੀ ਕਹੀ ਜਾਂਦੇ ਭਾਜਪਾ ਦੇ ਸਪੋਕਸਮੈਨ ਵੀ ਨੇ, ਉਹਨਾਂ ਨੂੰ ਕਿਵੇਂ ਵੇਖਦੇ ਫਿਰ? ਉਹ ਤਾਂ ਜੀ ਜੋ ਸਰਕਾਰ ਉਹਨਾਂ ਦੇ ਕਹੋਦੀ ਉਹ ਕਹੀ ਜਾਂਦੇ ਆ, ਜਿਵੇਂ ਸਰਕਾਰ ਉਹਨਾਂ ਦੇ ਕਹੋਦੀ ਉੱਦਾਂ ਕਹੀ ਜਾਂਦੇ ਆ। ਉਹ ਤਾਂ ਹੁਣ ਸਾਨੂੰ ਪੁੱਛ ਕੇ ਦੇਖੋ ਨਾ ਵੀ ਚੰਗੇ ਆ ਕਿ ਮਾੜੇ ਆ। ਤੁਸੀਂ ਕੀ ਕਹਿੰਦੇ ਹੋ ਉਹਨਾਂ ਨੂੰ? ਹੈ ਜੀ, ਇਕਬਾਲ ਸਿੰਘ ਲਾਲਪੁਰਾ ਨੂੰ ਕਿਵੇਂ ਵੇਖਦੇ ਹੋ ਤੁਸੀਂ? ਉਹ ਤਾਂ ਜੀ ਸਰਕਾਰ ਦੇ ਪੇੜ ਦੱਸ ਕੇ ਗਏ, ਕਿਉਂਕਿ ਜੀ ਪੇੜ ਵਰਕਰ ਹੈ ਉਹਨਾਂ ਦੇ, ਜੋ ਉਹਨਾਂ ਨੂੰ ਹੁਕਮ ਆਉਂਦਾ ਹੈ ਉਹ ਕਹੀ ਜਾਂਦੇ ਨੇ। 26 ਤਰੀਕ ਦੇ ਲਈ ਕਿਵੇਂ ਦੀ ਤਿਆਰੀ ਹੈ ਜੀ? 26 ਤਰੀਕ ਨੂੰ ਜਾਵਾਂਗੇ ਜੀ, ਪੂਰੇ ਵੱਧ ਤੋਂ ਵੱਧ ਟਰੈਕਟਰ ਜਾਣਗੇ ਇੱਥੋਂ। 26 ਨੂੰ ਕੀ 24 ਨੂੰ ਜਾਵਾਂਗੇ ਜੀ। ਪਹਿਲੇ ਤਾਂ ਪਰਸੋਂ ਨੂੰ ਉਰੇ ਪ੍ਰੋਗਰਾਮ ਹੈ ਜੀ। ਠੀਕ ਹੈ, ਪਰਸੋਂ ਨੂੰ ਇੱਥੋਂ ਕੱਲਾ ਸਾਰੇ ਪਿੰਡਾਂ 'ਚੋਂ ਵੱਧ ਤੋਂ ਵੱਧ ਟਰੈਕਟਰ ਅਸੀਂ ਮਾਰਚ ਕੱਢਾਂਗੇ ਜੀ। ਠੀਕ ਹੈ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ। ਜੀ, ਤੁਸੀਂ ਵੀ ਪੰਚ ਹੋ ਜੀ? ਮੈਂ ਪਿੰਡ ਅਲੀਪੁਰ ਤੋਂ ਪੰਚ ਹਾਂ ਜੀ। ਤੁਸੀਂ ਕਿਵੇਂ ਵੇਖਦੇ ਹੋ ਫਿਰ ਤੁਹਾਡੇ ਇਲਾਕੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਥੂ ਹੋ ਰਹੀ ਹੈ, ਪਿੰਡ ਜਦੋਂ ਘਨੌਲੀ ਵੱਜਦਾ ਹੈ ਤਾਂ ਰੋਪੜ ਦੇ ਜ਼ਿਲ੍ਹੇ ਦੇ ਵਿੱਚ ਗੱਲ ਆ ਜਾਂਦੀ ਹੈ, ਤੇ ਤੁਸੀਂ ਉਹਦੀਆਂ ਬਿਆਨਬਾਜ਼ੀ ਨੂੰ ਕਿਵੇਂ ਵੇਖਦੇ ਹੋ? ਬਿਆਨ ਦਿੰਦਾ ਤੇ ਉਸ ਤੋਂ ਬਾਅਦ ਸਿਕਿਉਰਟੀਆਂ 'ਚ ਵਾਧਾ ਹੋ ਜਾਂਦਾ, ਜੇ ਅੱਜ ਤੁਸੀਂ ਅਜਿਹਾ ਬਿਆਨ ਦੇ ਦਿੱਤਾ ਤਾਂ ਤੁਹਾਨੂੰ ਪੁਲਿਸ ਚੱਕ ਲੈ ਜੂਗੀ। ਸਰ ਮੈਂ ਤਾਂ ਉੱਤੇ ਭੌਂਕ ਲਿਆ, ਉਹ ਮਕਸਦ ਹੈ ਆਪਣਾ ਦਾ ਇੱਧਰੋਂ ਸੁਣੋ ਇੱਧਰੋਂ ਕੱਢੋ। ਇਹ ਜਿਹੜਾ ਸੰਘਰਸ਼ ਚੱਲ ਰਿਹਾ ਨਾ, ਇਹਨੂੰ ਦੁਨੀਆ ਦੇਖ ਰਹੀ ਹੈ ਤੇ ਦੁਨੀਆ ਸਲਾਮ ਕਰ ਰਹੀ ਆ। ਬੜਾ ਸ਼ਾਂਤਮਈ ਸੰਘਰਸ਼ ਚੱਲਦਾ। ਇਹ ਕਿਤੇ ਨਾ ਕਿਤੇ ਕੁਝੀਆਂ ਸ਼ਰਾਰਤਾਂ ਹੋ ਰਹੀਆਂ ਨੇ, ਕਿਤੇ ਨਾ ਕਿਤੇ ਇਹ ਸੰਘਰਸ਼ ਕਰਨ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਨੇ। ਜਗਦੀਪ ਜੀ ਤੁਸੀਂ ਦਿੱਲੀ ਖੁਦ ਦੇਖ ਕੇ ਆਏ ਹੋ, ਉੱਥੇ ਕਿੰਨਾ ਵਧੀਆ ਸ਼ਾਂਤਮਈ ਚੱਲ ਰਿਹਾ। ਇਹ ਸਰਕਾਰਾਂ ਦੀ ਹੁਣ ਪੇਸ਼ ਨਹੀਂ ਚੱਲ ਰਹੀ ਕਿਤੋਂ। ਇਹ ਹੁਣ ਕਿਤੋਂ ਨਾ ਕਿਤੇ ਇਹਨਾਂ ਨੂੰ ਜਿਹੜੇ ਭਾੜੇ ਦੇ ਟੱਟੂ ਨੇ, ਇਹ ਅੱਜ ਸਾਡੇ ਮਾਵਾਂ ਨੂੰ, ਸਾਡੀਆਂ ਭੈਣਾਂ ਉੱਥੇ ਬੈਠੀਆਂ, ਸਾਡੇ ਬਾਪੂ ਬੈਠੇ ਆ, ਉਹਨਾਂ ਨੂੰ 200 ਰੁਪਏ ਵਾਲੇ ਦੱਸਦੇ ਆ। ਮੈਂ ਇਸ ਚੀਜ਼ ਨੂੰ ਬਹੁਤ ਨਿੰਦਦਾ। ਮਾਹੌਲ ਖਰਾਬ ਨਾ ਹੋਵੇ ਇਸ ਦੇ ਕਾਰਨ ਆਪਾਂ ਵਾਪਸ ਉਹਨਾਂ ਨੂੰ ਕੁਝ ਨਹੀਂ ਕਹਿੰਦੇ, ਪਰ ਅਸੀਂ ਇਹ ਕਹਿੰਦੇ ਕਿ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣਾ ਚਾਹੀਦਾ। ਸੰਜੀਵ ਘਨੌਲੀ ਦੇ ਵਿੱਚ ਰਹਿੰਦਾ, ਉਹਦੀ ਮੇਰੇ ਖਿਆਲ ਤੋਂ ਜਿੱਥੋਂ ਤੱਕ ਮੈਨੂੰ ਪਤਾ ਮੈਡੀਕਲ ਸਟੋਰ ਵੀ ਹੈਗਾ। ਕਿਹਦੇ ਤੇ ਚੱਲਦਾ? ਇਲਾਕੇ ਦੀ ਸੰਗਤ ਦੇ ਨਾਲ ਚੱਲਦਾ। ਇਲਾਕੇ ਦੇ ਲੋਕ ਜੇ ਜਾਂਦੇ ਨੇ ਤਾਂ ਸ਼ਾਇਦ ਉਹਦੀ ਰੋਟੀ ਵੀ ਚੱਲਦੀ ਹੈ, ਕਿਉਂਕਿ ਉਹਦਾ ਬਿਜ਼ਨਸ ਹੈ। ਪਰ ਅਸੀਂ ਕਹਿੰਦੇ ਹਾਂ ਕਿ ਤੂੰ ਚੰਗਾ ਨਹੀਂ ਕਹਿਣਾ ਤਾਂ ਮਾੜਾ ਵੀ ਨਾ ਕਹਿ। ਕਿਸੇ ਦੇ ਦਿਲ ਤੇ ਕਿਉਂ ਠੇਸ ਪਹੁੰਚਾਉਂਦਾ? ਤੂੰ ਐਵੇਂ ਦੇ ਬਿਆਨਬਾਜ਼ੀਆਂ ਕਰ ਰਿਹਾ। ਇੱਕ ਕਿਤੇ ਨਾ ਕਿਤੇ ਸਾਜ਼ਿਸ਼ ਹੈਗੀ ਆ। ਉਹਨਾਂ ਰਹਿਣਾ ਕਿੱਥੇ? ਘਨੌਲੀ 'ਚ ਹੀ ਰਹਿ ਰਿਹਾ, ਸਾਡੇ ਲੋਕਾਂ ਦੇ ਵਿੱਚ ਹੀ ਰਹਿ ਰਿਹਾ। ਜੇ ਉਹ ਕਿਤੇ ਚੰਗਾ ਨਹੀਂ ਕਰ ਸਕਦਾ ਏਰੀਏ ਲਈ, ਕਾਹਦਾ ਲੀਡਰ ਆ? ਮੈਂ ਤਾਂ ਲੀਡਰ ਮੰਨਦਾ ਨਹੀਂ। ਸ਼ਾਇਦ ਕੁਝ ਲੋਕ ਕਹਿੰਦੇ, ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਕਿ ਇਹਨੂੰ ਲੀਡਰ ਕਾਹਦਾ ਲੀਡਰ ਹੈ? 10 ਬੰਦੇ ਨਾਲ ਹੋਣੇ ਨਹੀਂ ਹੈ, ਉਹ ਸ਼ਾਮ ਨੂੰ ਇਕੱਠੇ ਕਰਕੇ ਬਾਈਟ ਇੱਕ ਦੇ ਦਿੰਦਾ। ਮੈਂ ਤਾਂ ਤੁਹਾਡੇ ਮੀਡੀਆ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਪੱਤਰਕਾਰ ਵੀਰ ਜਾਂਦੇ ਆ, ਮੇਰੇ ਖਿਆਲ ਤੋਂ ਇਹਨਾਂ ਦਿਨਾਂ 'ਚ ਇਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ। ਇਹਨਾਂ ਦਾ ਕੁਝ ਬਿਆਨਬਾਜ਼ੀਆਂ ਮੈਂ ਨਹੀਂ ਦਿਖਾਣੀ, ਜਨਤਕ ਕਰਨੀ ਚਾਹੀਦੀ, ਕਿਉਂਕਿ ਇਹਦੇ ਨਾਲ ਕਿਤੇ ਨਾ ਕਿਤੇ ਸਾਡਾ ਜੋ ਮੇਨ ਮਕਸਦ ਹੈ ਉਹ ਅਸੀਂ ਉਹ ਤੋਂ ਭਟਕ ਰਹੇ ਹਾਂ ਜੀ। ਕਦੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਕੁਝ ਸ਼ਬਦਾਵਲੀ ਬੋਲੀ ਜਾ ਰਹੀ ਹੈ ਕਿਤੇ ਤੋਂ। ਹੁਣ ਜਿਵੇਂ ਸਾਡੇ ਇਲਾਕੇ 'ਚ ਸੰਜੀਵ ਘਨੌਲੀ ਹੋ ਰਿਹਾ, ਅਸੀਂ ਸਿਰਫ 26 ਜਨਵਰੀ ਨੂੰ ਮੁੱਖ ਮੁੱਦਾ ਰੱਖਣਾ। ਇਹ ਕਾਲੇ ਕਾਨੂੰਨਾਂ ਨੂੰ ਅਸੀਂ ਵਾਪਸ ਕਰਵਾਉਣਾ, ਇਹਨਾਂ ਨੂੰ ਕੈਂਸਲ ਕਰਵਾਉਣਾ, ਸਾਡਾ ਇਹ ਮਕਸਦ ਹੈ। ਤੇ ਬਾਕੀ ਜਿਵੇਂ ਸਾਡੀ ਜਵਾਨੀ ਬਹੁਤ ਜੋਸ਼ ਔਰ ਹੋਸ਼ ਤੋਂ ਕੰਮ ਲੈ ਰਹੀ ਹੈ, ਮੈਂ ਧੰਨਵਾਦ ਕਰਦਾ ਸਾਰਿਆਂ ਦਾ। ਸੋ ਆਪਾਂ ਨੂੰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਹੀ ਨਹੀਂ ਚਾਹੀਦਾ। ਕੋਈ ਗੱਲ ਨਹੀਂ, ਸੱਜੇ ਖੱਬੇ ਕੰਮ ਹੁੰਦੇ ਰਹਿਣੇ ਆ, ਇੱਕ ਲਾਈਫ ਹੈ ਚੱਲਦੀ ਰਹਿਣੀ, ਆਪਾਂ ਨੂੰ ਇਹਨਾਂ 'ਤੇ ਧਿਆਨ ਹੀ ਨਹੀਂ ਦੇਣਾ ਚਾਹੀਦਾ। ਕਿਉਂਕਿ ਸਾਡਾ ਮਕਸਦ ਹੈਗਾ 26 ਜਨਵਰੀ, ਜੋ ਉਸ ਤੋਂ ਬਾਅਦ ਜਥੇਬੰਦੀਆਂ ਕਹਿਣਗੀਆਂ ਅਸੀਂ ਆਪਣੇ ਉਸ ਸੰਘਰਸ਼ ਤੇ ਹੀ ਧਿਆਨ ਦੇਣਾ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਜੀ? ਰਾਮਚੰਦਰ। ਕੀ ਕਹੋਗੇ ਅੱਜ ਕੀ ਸੁਣਿਆ ਜੀ ਇੱਥੇ?
ਮੈਂ ਤਾਂ ਇਹੀ ਚਾਹੁੰਦਾ ਵੀ ਗੁੱਠਾ ਲਾਉਣ ਜਾਣ ਦਾ ਉੱਪਰ ਮੈਂ ਦਰਖਾਸਤਾਂ ਦਿੱਤੀਆਂ, ਬਹੁਤੇ ਬਿਆਨ ਨਹੀਂ ਕਰਾਣੇ, ਫੋਟੋਆਂ ਲੈ ਲਓ ਦੋ ਬਸ। ਮੈਂ ਸਾਈਕਲ ਪਰ ਆਣਾ, ਮੈਂ ਪੈਦਲ ਵੀ ਆ ਸਕਦਾ। ਹਾਂ ਦਿੱਲੀ ਨੂੰ ਉੱਥੇ ਪਹਿਲਾਂ ਪਹੁੰਚ ਜੂ, ਦੇਖ ਲਓ। ਅੱਛਾ ਜੀ, ਹੌਸਲੇ ਬੁਲੰਦ ਆ ਜਾਣਗੇ ਪੱਕੇ। ਹੁਣ ਵੀ ਕਹਿੰਦੇ ਗੋਲੀਆਂ ਚਲਾਣੇ, ਮਗਰ ਆਦਾ ਵੀ ਜੀ ਦਮ ਆਪਣੇ ਬੰਦੇ ਇਲਾਕੇ ਦੇ ਹੀ ਆ, ਕੋਈ ਦੂਰ ਦੇ ਨਹੀਂ ਹੈਗੇ। ਸੋ ਬਜ਼ੁਰਗਾਂ ਦੇ ਪੂਰੇ ਹੌਸਲੇ ਬੁਲੰਦ ਨੇ। ਗਲਾਸਾ ਹੁਣ ਦੇਖ ਲਓ ਚਲਾਗਾ ਇੱਕ ਦਿਨ ਭੌਗ ਨੂੰ ਚਲਾ ਲੈ ਤਾਂ ਰੁਕ ਗਿਆ। ਸੋ ਬਿਲਕੁਲ ਜੀ ਬਿਲਕੁਲ, ਇਹ ਵੀ ਸਰਪੰਚ ਸਾਹਿਬ ਨੇ ਲੋਧੀ ਬਹਾਦਰਪੁਰ ਦੇ। ਸਤਿ ਸ਼੍ਰੀ ਅਕਾਲ ਜੀ। ਸਵਰਨ ਸਿੰਘ ਬੋਬੀ ਜੀ, ਤੁਸੀਂ ਕਿਵੇਂ ਵੇਖਦੇ ਹੋ ਸੰਜੀਵ ਘਨੌਲੀ ਲਗਾਤਾਰ ਬਹੁਤ ਸਾਰੀਆਂ ਬਿਆਨਬਾਜ਼ੀਆਂ ਜਿਹੜੀਆਂ ਹੁੰਦੀਆਂ ਨੇ, ਇੱਕ ਦਾਇਰਾ ਹੁੰਦਾ ਪਰ ਉਹ ਦਾਇਰੇ ਤੋਂ ਵੀ ਟੱਪ ਜਾਣਾ ਤੇ ਉਸ ਤੋਂ ਬਾਅਦ ਅਜਿਹੇ ਬੰਦਿਆਂ ਦੇ ਉੱਤੇ ਕਾਰਵਾਈ ਦੀ ਬਜਾਏ ਸਿਕਿਉਰਟੀਆਂ ਮਿਲ ਜਾਣੀਆਂ। ਦੇਖੋ ਜੀ, ਅਸੀਂ ਇਹਨੂੰ ਕੋਈ ਤਵੱਜੋ ਨਹੀਂ ਦਿੰਦੇ। ਇਹ ਜੋ ਬੋਲਦਾ ਬੋਲੀ ਆ, ਇਹ ਸਾਨੂੰ ਵੀ ਕੋਈ ਪਰਵਾਹ ਨਹੀਂ ਹੈਗੀ ਜੀ। ਦੇਖੋ ਅਸੀਂ ਤਾਂ ਇਹ ਸਮਝਦੇ ਆ ਵੀ ਜਿਹੜੀ ਇਹ ਗੱਲਬਾਤ ਹੈਗੀ ਸਾਡੀ ਉੱਪਰੋਂ ਸਰਕਾਰ ਵੱਲੋਂ ਹੋ ਰਹੀ ਆ। ਸਰਕਾਰਾਂ ਕੀ ਕਰਦੀਆਂ, ਸੰਘਰਸ਼ ਚੱਲਿਆ ਜੀ। ਧੰਨਵਾਦ ਆ ਉਹ ਲੀਡਰਾਂ ਦਾ ਜਿਨ੍ਹਾਂ ਨਾਲ ਦੇਖੋ ਜੀ ਐਡਾ ਬੜਾ ਸੰਘਰਸ਼ ਆ, ਮਤਲਬ ਆਪਣੇ ਪੂਰੇ ਉਹਦੇ ਨਾਲ ਚਲਾਇਆ ਹੋਇਆ ਏ। ਉੱਥੇ ਕੋਈ ਹੁੱਲੜਬਾਜ਼ੀ ਨਹੀਂ ਹੋ ਰਹੀ, ਕੋਈ ਮਤਲਬ ਕਾਰਵਾਈ ਇਸ ਤਰ੍ਹਾਂ ਦੀ ਹੋ ਨਹੀਂ ਰਹੀ। ਸਰਕਾਰਾਂ ਤਾਰ ਪਿੰਡੋਂ ਕਰਨ ਵਾਸਤੇ ਸੰਘਰਸ਼ ਨੂੰ ਬਹੁਤ ਕੁਝ ਕਰ ਰਹੀਆਂ। ਉਹਨਾਂ ਵਿੱਚੋਂ ਹੀ ਇੱਕ ਇਹ ਚੀਜ਼ ਆ ਜੀ, ਜਿਹਦਾ ਬਿਆਨ ਤੋਂ ਬਾਅਦ ਤੱਕ ਲੋਕ ਇੱਦਾਂ ਭੜਕ ਜਾਣਗੇ, ਨੌਜਵਾਨ ਭੜਕਣਗੇ ਕਿ ਅਸੀਂ ਹੁਣ ਤਾਰ ਪਿੰਡੋਂ ਕਰੀਏ। ਨਹੀਂ, ਸਾਡੇ ਨੌਜਵਾਨ ਸਿਆਣੇ ਆ ਜੀ, ਇਹਨੂੰ ਅਸੀਂ ਕੋਈ ਤਵੱਜੋ ਨਹੀਂ ਦਿੰਦੇ ਹੈਗੇ। ਇਹ ਜੋ ਬੋਲਦਾ ਬੋਲੀ ਜਾਵੇ। ਇਲਾਕੇ ਦੇ ਸਾਰੀਆਂ ਪੰਚਾਇਤਾਂ ਜਾਂ ਸਰਪੰਚ ਮਿਲ ਕੇ ਕੋਈ ਮਤਾ ਵੀ ਪਾਉਣ ਜਾ ਰਹੇ ਕਿ ਅਜਿਹੀ ਕੋਈ? ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜੀ। ਸਰਪੰਚ ਨਾਲ ਗੱਲ ਹੋਊਗੀ, ਦੇਖਾਂਗੇ। ਕੱਲ ਮੀਟਿੰਗ ਪਹਿਲਾਂ ਸਭ ਤੋਂ ਪਹਿਲੇ ਅਸੀਂ ਪ੍ਰਸ਼ਾਸਨ ਨੂੰ ਦੇਖਾਂਗੇ, ਕਿਉਂਕਿ ਜਿਹੜੇ ਪ੍ਰਸ਼ਾਸਨ ਨੂੰ ਜਿਵੇਂ ਦਿੱਤੇ ਪਹਿਲੇ ਵੀ ਕਿ SHO ਸਾਹਿਬ ਨੂੰ ਵੀ ਦਿੱਤੇ, SSP ਸਾਹਿਬ ਨੂੰ ਵੀ ਦਿੱਤੇ ਆ, ਤੇ ਮੇਰੇ ਖਿਆਲ ਤੋਂ DC ਸਾਹਿਬ ਦੀ ਵੀ ਇਹ ਨੌਲੇਜ ਹੀ ਹੋਊਗੀ, ਵੀਡੀਓ ਉਹਨਾਂ ਨੇ ਵੀ ਦੇਖੀ ਹੋਏਗੀ। 2 ਦਿਨ ਦਾ ਜਿਹੜਾ ਟਾਈਮ ਦਿੱਤਾ ਜੀ ਪ੍ਰਸ਼ਾਸਨ ਨੂੰ ਦੇਖਾਂਗੇ, ਉਸ ਤੋਂ ਬਾਅਦ ਅਸੀਂ ਫਿਰ ਇਕੱਠੇ ਹੋਵਾਂਗੇ ਇਲਾਕੇ ਦੀਆਂ ਪੰਚਾਇਤਾਂ, ਤੇ ਫਿਰ ਅੱਗੇ ਦੀ ਕਾਰਵਾਈ ਜਿਵੇਂ ਵੀ ਵੱਡੀ ਜਾਏਗੀ ਜਾਂ ਅੱਗੇ ਦੇ ਫੈਸਲੇ ਹੋਣਗੇ ਉਸ ਨੂੰ ਸਾਰਾ ਆਪਾਂ ਕਰਾਂਗੇ। ਇਕਬਾਲ ਸਿੰਘ ਲਾਲਪੁਰਾ, ਉਹ ਸਾਰੇ ਅਸੀਂ ਜਥੇਬੰਦੀਆਂ ਇਕੱਠੇ ਹੋ ਕੇ ਫਿਰ ਦੇਖਦੇ ਹਾਂ ਵੀ ਕੀ ਇਹਨਾਂ ਦੇ ਬਾਰੇ ਹੋਣਾ। ਫਿਲਹਾਲ ਅਸੀਂ ਕੁਝ ਨਹੀਂ ਕਰਨਾ। ਸੋ ਬਿਲਕੁਲ ਜੀ, ਅੱਜ ਇਕੱਠੇ ਹੋਏ ਨੇ ਪਿੰਡ ਘਨੌਲੀ ਅਤੇ ਲਾਗਪਾਸ ਦੇ ਪਿੰਡਾਂ ਦੇ ਜਿਹੜੇ ਲੋਕ ਹੈਗੇ ਨੇ, ਜਿੱਥੇ ਸੰਜੀਵ ਘਨੌਲੀ ਦੇ ਸਮਾਜਿਕ ਬਾਈਕਾਟ ਦੀ ਗੱਲ ਉੱਠੀ, ਉਸ ਦੇ ਉੱਤੇ ਕਾਨੂੰਨੀ ਕਾਰਵਾਈ ਦੀ ਗੱਲ ਉੱਠੀ। ਉੱਥੇ ਹੀ 26 ਜਨਵਰੀ ਨੂੰ ਜੋ ਮਾਰਚ ਹੈ ਉਸ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਦੇ ਲਈ ਲਾਮਬੰਦ ਕੀਤਾ ਗਿਆ। ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਘਨੌਲੀ।